वाहिगुरू जी का खालसा वाहिगुरू जी की फतेह। परमात्मा अगे अरदास है बई ਉਹ ਤੁਹਾਨੂੰ ਸਾਰਿਆਂ ਨੂੰ खुश रखे, तंदुरुस्त रखे ਤੇ ਚੜ੍ਹਦੀ ਕਲਾ ਦੇ ਵਿੱਚ ਰੱਖੇ। ਹਾਲ ਤਬੀਅਤ ਪ੍ਰੋਪਰ ਠੀਕ ਨਹੀਂ ਹੈਗੀ, ਬੁਖਾਰ ਤਾਂ ਹੈ ਵੀ ਹੁਣ ਕੱਲ੍ਹ ਦਾ ਆਇਆ ਨਹੀਂ ਹੈਗਾ, ਮਾੜਾ ਜਿਹਾ ਸਰੀਰ ਦੇ ਵਿੱਚ ਵੀ ਹੈਗਾ, ਕੁਛ ਚੁਸਤੀ ਜਿਹੀ ਮਹਿਸੂਸ ਹੋ ਰਹੀ ਹੈ, ਪਰ ਖਾਂਸੀ ਹੈ ਜਿਹੜੀ ਹਾਲ ਕੋਈ ਬਲਗਮ ਨਹੀਂ, ਕੋਈ ਕੁਛ ਨਹੀਂ, ਬਸ ਜਣੀ ਜੇ ਥੋੜ੍ਹਾ ਜਿਹਾ ਉੱਚੀ ਬੋਲੂੰਗਾ ਤਾਂ ਫਿਰ ਖਾਂਸੀ ਆਉਣ ਲੱਗ ਜਾਂਦੀ ਹੈ। ਸੋ ਵਿੱਕੀ ਰਾਹੀਂ 2-3 ਦਿਨ ਬਾਅਦ ਵਾਪਸ ਆਏ ਆ ਘਰਾਂ। फ़ोन ਤੇ ਇੰਨੀਆਂ ਗੱਲਾਂ ਬਾਤਾਂ ਨਹੀਂ ਹੋਈਆਂ ਹੈ ਵੀ फ़ोन ਤੇ ਇੱਕ ਦੋ ਕੁ ਵਾਰ ਜਦੋਂ ਇਹਨੂੰ फ़ोन ਕੀਤਾ ਸੀਗਾ ਪਰੇਸ਼ਾਨੀ ਦੇ ਵਿੱਚ ਨਜ਼ਰ ਆਇਆ ਥੋੜ੍ਹਾ ਜਿਹਾ ਕਿ ਚਲੋ ਜਿਹੜੀਆਂ ਗੱਲਾਂ ਨੂੰ ਕਿਤੇ ਆਪਾਂ ਭੁੱਲਣ ਲੱਗਦੇ ਹਾਂ ਨਾ। ਪਹਿਲਾਂ ਅਸੀਂ ਵੀ ਬੜੇ ਇੱਕਣਾ ਚੱਕਰ ਮਾਰੇ ਜਿੱਕਣਾ ਕਿ ਮੇਰੇ ਬੇਟੇ ਦੀ ਗੱਲ ਕਰ ਲਈਏ, ਜਦ ਅਸੀਂ ਹਸਪਤਾਲਾਂ 'ਚ ਘੁੰਮਦੇ ਰਹੇ। ਉਹ ਤੋਂ ਬਾਅਦ ਫਿਰ ਸਾਡੇ ਚਾਚਾ ਜੀ ਸੀਗੇ ਜਿਹੜੇ ਸਾਡੇ ਨਾਲ ਰਹਿੰਦੇ ਸੀਗੇ, ਉਹਨਾਂ ਕੋਲ ਦਿੱਕਤ ਆ ਗਈ, ਉਹਨੂੰ ਵੀ ਹਸਪਤਾਲ 'ਚ ਲੈ ਕੇ ਘੁੰਮਦੇ ਰਹੇ। ਉਸ 'ਤੇ ਤੁਹਾਨੂੰ ਬਹੁਤ ਜਣੇ ਕੁਐਸਚਨ ਇਹ ਵੀ ਕਰਦੇ ਹੈ ਨਾ ਵੀ ਵਿੱਕੀ ਦੀ ਪਹਿਲੀ ਵਾਈਫ ਨੂੰ ਕੀ ਹੋਇਆ ਸੀ ਨਾ। ਵਿੱਕੀ ਦੀ ਪਹਿਲੀ ਵਾਈਫ ਸੀਗੀ ਜਿਹੜੀ ਉਹਨੂੰ ਬ੍ਰੈਸਟ ਕੈਂਸਰ ਹੋਇਆ ਸੀ, ਉਹਨੂੰ ਵੀ ਲੈ ਕੇ ਬਹੁਤ ਜਗ੍ਹਾ ਇਹ ਘੁੰਮਿਆ ਵਿਚਾਰਾ, ਠੀਕ ਹੈ ਨਾ। ਜਾਣੀ ਕਹਿਣ ਦਾ ਭਾਵ ਵੀ ਹਸਪਤਾਲਾਂ ਦੇ ਨਾਲ ਸਾਡੀ ਇੱਕ ਸਾਂਝ ਜਿਹੀ ਪੈ ਗਈ, ਪਤਾ ਨਹੀਂ ਕਿ ਪਰਮਾਤਮਾ ਨੇ ਕਿੱਧਰ ਤੇ ਪਾਈ ਹੋਈ ਆ। ਕੋਈ ਨਾ ਕੋਈ ਵਿਧੀ ਬਣੀ ਜਾਂਦੀ ਹੈ। 3 ਕੁ ਸਾਲ ਬਾਅਦ ਸਾਡਾ ਕੋਈ ਟੱਬਰ ਦਾ ਮੈਂਬਰ ਆਇਆ ਵੀ ਹਸਪਤਾਲ ਦਾ ਗੇੜਾ ਲਾਉਣ ਜਾਂਦਾ ਹੀ ਜ਼ਰੂਰ ਹੈ। ਸੋ ਚਲੋ ਜੇ ਪਰਸਨ ਜਿਹਨੂੰ ਆਪਾਂ ਲੈ ਕੇ ਜਾਂਦੇ ਉਹ ਠੀਕ ਹੋ ਜਾਵੇ ਤਾਂ ਵੈਲ ਐਂਡ ਗੁੱਡ ਹੁੰਦੀ ਹੈ ਨਾ, ਪਰ ਜੇ ਉਹ ਠੀਕ ਵੀ ਨਾ ਹੋਵੇ, ਗੇੜੇ ਵੀ ਵੱਜੀ ਜਾਵੇ, ਫਿਰ ਬੜਾ ਮਨ ਦੁਖੀ ਹੁੰਦਾ। ਇਸੇ ਤਰ੍ਹਾਂ ਮੇਰਾ ਬੇਟਾ ਨਹੀਂ ਠੀਕ ਹੋਇਆ, ਸਾਡੇ ਚਾਚਾ ਜੀ ਨਹੀਂ ਠੀਕ ਹੋਏ, ਇਹਦੀ ਪਹਿਲੀ ਵਾਈਫ ਨਹੀਂ ਠੀਕ ਹੋਈ ਹੈਗੀ ਹੈ ਨਾ। ਉਹ ਫਿਰ ਦੁਖਦਾ ਸਾਰਾ ਕੁਛ। ਜੇ ਬੰਦਾ ਠੀਕ ਹੋ ਜੇ ਨਾ ਫਿਰ ਬੜਾ ਮਨ ਨੂੰ ਖੁਸ਼ੀ ਜੀ ਹੁੰਦੀ ਹੈ ਨਾ। ਸੋ ਵਿੱਕੀ ਰਾਹੀਂ ਪਹੁੰਚ ਗਏ ਹੈਗੇ ਆ ਘਰਾਂ। ਸੋ ਇਹਨੂੰ ਪੁੱਛਦਾ ਵੀ ਹੁਣ ਕਿ ਕਿਵੇਂ ਨਿਕਲੇ 2-3 ਦਿਨ, ਵੀ ਸੋਇਆ ਵੀ ਹੈ ਤਾਂ ਕਿ ਨਹੀਂ। ਜਿਕਣਾ ਇਹਨਾਂ ਤੋਂ ਚ ਵੀ ਆਦਾਂ ਵੀ ਆਹ ਜਦ ਲੰਬੀ ਗੱਲ ਕਰਦਾ ਕਿਤੇ ਨਾ ਥੋੜ੍ਹੀ ਜਿਹੀ ਫਿਰ ਵਿੱਚ ਨੂੰ ਉਹ ਆਉਂਦੀ ਆ। ਰਾਤ ਨੂੰ ਤਕਰੀਬਨ 8 ਵਜੇ ਫ਼ੋਨ ਆਇਆ ਬਈ ਸੰਦੀਪ ਦੀ ਭਰਜਾਈ ਢਿੱਲੀ ਹੋ ਗਈ ਸੀਗੀ, ਉਹਦੇ ਪੇਨ ਪੂਨ ਹੋਣ ਲੱਗ ਗਿਆ ਸੀਗਾ, ਕੋਈ ਦਿੱਕਤ ਹੋਊਗੀ। ਅਤੇ ਫਿਰ ਇਹ ਨੱਠੇ ਉਰੇ 'ਤੇ ਸਾਰੀ ਰਾਤ ਹੌਸਪੀਟਲ ਦੇ ਵਿੱਚ ਲੈ ਕੇ ਘੁੰਮੇ। ਉਨਾ ਕੁ ਤਾਂ ਮੈਨੂੰ ਮੌਕੇ 'ਤੇ ਪਤਾ ਸੀ ਕਿ ਰਾਤ ਨੂੰ ਅਸੀਂ ਵੀ ਪਰੇਸ਼ਾਨ ਹੋਏ ਜਦੋਂ ਬੰਦਾ ਰਾਤ ਹੋਏ ਘਰ ਤੋਂ ਤੁਰਦਾ ਏ। ਫਿਰ ਵਾਰ-ਵਾਰ ਫ਼ੋਨ ਕਰਕੇ ਅਸੀਂ ਵੀ ਪਤਾ ਕੀਤਾ ਹੈ ਨਾ, ਫਿਰ ਸਾਨੂੰ ਪਤਾ ਤੇ ਵੀ ਇਹ ਕਿਆ ਦਿੱਕਤ ਜੀ ਆ। ਬਾਕੀ ਉਹਦੇ ਬਾਅਦ ਵਿੱਚ ਕਿੱਥੇ ਗਏ, ਕਿਹੜੇ ਟੈਸਟ ਕਰਾਏ ਆ, ਕਿਵੇਂ ਕੋਈ ਪਰੇਸ਼ਾਨੀ ਤਾਂ ਨਹੀਂ ਆਈ ਕਿਤੇ, ਕਿਹੜੀ ਦਿੱਕਤ ਆ। ਕਿਉਂਕਿ ਜਿਹੜਾ ਸਿਸਟਮ ਹੈ ਸਾਡਾ ਉਹ ਹੈ ਤਾਂ ਪੰਜਾਬ ਦਾ ਬੇਕਾਰ ਜਿਹਾ ਹੀ ਹੈਗਾ, ਸਾਰਿਆਂ ਨੂੰ ਇਹ ਪਤਾ ਹੈ। ਚਾਹੇ ਡਾਕਟਰੀ ਲਾਈਨ ਲਾ ਲਓ, ਚਾਹੇ ਕੋਈ ਹੋਰ ਡਿਪਾਰਟਮੈਂਟ ਲਾ ਲਓ, ਉਹਦੇ ਵਿੱਚ ਪਰੇਸ਼ਾਨੀ ਉਹ ਹੈ। ਅੱਜ ਮੈਂ ਤੁਹਾਨੂੰ ਤੁਹਾਡੇ ਨਾਲ ਇੱਕ ਅੱਜ ਹੋਰ ਗੱਲ ਸ਼ੇਅਰ ਕਰਦਾ ਵੀ ਮੇਰੇ ਚਾਚਾ ਜੀ ਜਿਹੜੇ ਹਾਂਗਕਾਂਗ ਵਾਲੇ ਸੀਗੇ ਨਾ, ਉਹਨਾਂ ਨੇ ਇੱਕ ਗੱਲ ਦੱਸੀ ਸਿਸਟਮ ਦੇ ਬਾਰੇ। ਉਹ ਕਹਿੰਦਾ ਵੀ ਮੇਰੀ ਅੱਜ ਤੋਂ 5-6 ਸਾਲ ਪਹਿਲਾਂ ਇੱਕ ਵਾਰ ਫ੍ਰੈਕਚਰ ਹੋ ਗਈ ਸੀ ਲੱਤ। ਉਹ ਚਲਾਉਂਦੇ ਸੀ ਟਰਾਲਾ, ਫ੍ਰੈਕਚਰ ਲੱਤ ਹੋਈ ਵੀ ਹੈ ਜਿਹੜੀ ਉੱਥੇ ਦੀ ਲੇਬਰ ਸਿਸਟਮ ਦਾ ਨਾ। ਉਹਨਾਂ ਨੇ ਕਹਿੰਦਾ ਵੀ $9,000, ਉਹ ਡਾਲਰ ਦੀ ਕੀਮਤ ਥੋੜ੍ਹੀ ਜਿਹੀ ਘੱਟੇ ਉੱਥੇ ਵਾਲੇ ਦੀ। $9,000 ਹੈ ਜਿਹੜਾ ਉਹ ਹਰ ਮਹੀਨੇ ਉਹਦੇ ਅਕਾਊਂਟ 'ਚ ਪਾਉਣਾ ਸ਼ੁਰੂ ਕਰਤਾ। 3 ਕੁ ਮਹੀਨੇ ਬਾਅਦ ਉਹ 4 ਕੁ ਮਹੀਨੇ ਬਾਅਦ ਚੱਲਣ ਲੱਗ ਗਏ, ਗੱਡੀ ਪਰ ਜਾਣ ਲੱਗ ਗਏ। ਉਹਨਾਂ ਨੇ ਲਿਖ ਕੇ ਵੀ ਦਿੱਤਾ ਉਹਨਾਂ ਨੂੰ ਵੀ ਮੈਨੂੰ ਹੁਣ ਤੁਸੀਂ ਪਾਓ ਨਾ ਜੀ, ਮੈਂ ਕੰਮ 'ਤੇ ਜਾਣ ਲੱਗ ਗਿਆ। ਉਹ ਕਹਿੰਦੇ ਵੀ ਬੇਸ਼ੱਕ ਤੂੰ ਕੰਮ 'ਤੇ ਜਾਂਦਾ ਨਹੀਂ ਜਾਂਦਾ ਸਾਨੂੰ ਨਹੀਂ ਪਤਾ, ਅਸੀਂ ਤਾਂ ਤੇਰਾ ਅਕਾਊਂਟ ਦੇਖਣਾ ਹੈ ਵੀ ਅਕਾਊਂਟ ਦੇ ਵਿੱਚ ਜਿੱਦਣ ਪੇਮੈਂਟ ਆ ਗਈ ਉੱਦਣ ਤੁਹਾਡੀ ਇੱਧਰ 'ਤੇ ਪੇਮੈਂਟ ਬੰਦ ਹੋਣੀ ਹੈ। ਦੇਖੋ ਇੱਦਾਂ ਦੇ ਸਿਸਟਮ ਹੈ, ਕਿੰਨੇ ਵਧੀਆ ਸਿਸਟਮ ਆ। ਅਤੇ ਉਹ ਤੋਂ ਬਾਅਦ ਇੱਕ ਵੀਡੀਓ ਆਪਾਂ ਨੇ ਜਿਹੜੀ ਕੱਲ੍ਹ ਸ਼ੇਅਰ ਕੀਤੀ ਹੈ ਮੈਂ ਤੁਹਾਡੇ ਨਾਲ, ਜਿਹਦੇ ਵਿੱਚ ਉਹ ਬੰਦਾ ਵਿਚਾਰਾ ਜਿਹੜਾ ਪਿਆ ਰੀੜ੍ਹ ਦੀ ਹੱਡੀ ਵਾਲਾ, ਜਿੱਥੇ ਕਿ ਸਰਕਾਰਾਂ ਦੀ ਡਿਊਟੀ ਬਣਦੀ ਵੀ ਹੁਣ ਇਹ ਨਕਾਰਾ ਹੈ ਉਹਦੀ ਸਾਰੀ ਜ਼ਿੰਮੇਵਾਰੀ ਉਹ ਚੱਕੇ, ਪਰ ਇੱਥੇ ਤਾਂ ਭੱਠਾ ਬੈਠਿਆ ਵਾ। ਮੈਤੇ ਤਾਂ ਨਾ ਕਈ ਵਾਰ ਗਾਲਾਂ ਨਿਕਲਦੀਆਂ ਇਹੋ ਜਿਹੇ ਲੀਡਰਾਂ ਨੂੰ ਜਿਹੜੇ ਬਸ ਆਪਣੇ ਖਾਣ ਵਾਸਤੇ ਹੀ ਪਏ ਹੋਏ ਨੇ ਸਾਰੇ ਦੇ ਸਾਰੇ। ਉਹਨਾਂ ਨੂੰ ਕਿਸੇ ਦਾ ਕੋਈ ਫਿਕਰ ਨਹੀਂ ਹੈਗਾ, ਸਿਸਟਮ ਦੀ ਦੇਣ ਹੈ। ਪਰ ਸਾਡੇ ਲੋਕਾਂ ਨੂੰ ਵੀ ਮੈਂ ਤਾਂ ਕਹਿੰਦਾ ਵੀ ਅਕਲ ਨਹੀਂ ਹੈਗੀ। ਜਿਹੜੇ ਮੌਕੇ 'ਤੇ ਕਿਹਨੂੰ ਚੁਣਨਾ ਕਿਹਨੂੰ ਨਹੀਂ ਚੁਣਨਾ ਇਹੀ ਨਹੀਂ ਸਮਝ ਪਾਉਂਦੇ। ਕੇਵਲ ਇੱਕ 100 ਰੁਪਏ ਦੀ ਬੋਤਲ ਪਿੱਛੇ ਹੋਏ ਰੱਬਾ ਮੇਰਿਓ। ਫਿਰ ਐਕਣੀ ਬਾਅਦ ਦੇ ਵਿੱਚ ਜਦੋਂ ਕਿਤੇ ਸੱਟ ਵੱਜਦੀ ਪਏ ਰਹਿੰਦੀਆਂ ਘਰਾਂ, ਫਿਰ ਕੋਈ ਸਿਸਟਮ ਨਹੀਂ ਹੈਗਾ। ਸਿਸਟਮ ਬਣਾਉਣ ਵਾਸਤੇ ਚੰਗੇ ਬੰਦਿਆਂ ਨੂੰ ਚੁਣੋ, ਆਪਣੇ ਸਿਸਟਮ ਨੂੰ ਸੁਧਾਰ ਵਿੱਚ ਲਿਆਓ। ਆਪਣਾ ਸਿਸਟਮ ਤਾਂ ਉਹਦੇ ਸੁਧਾਰ ਦੇ ਵਿੱਚ ਆਊਗਾ ਜੇ ਅਸੀਂ ਕਿਸੇ ਤੋਂ ਲੱਤੇ ਦੇ ਬਗੈਰ ਅਗਲੇ ਨੂੰ ਵੋਟ ਪਾਤੀ। ਮੈਂ ਜਿਹਨੂੰ ਵੀ ਵੋਟ ਪਾਈ ਮੈਂ ਉਹਨੂੰ ਕੰਨ 'ਤੇ ਫੜ ਕੇ ਜਦ ਮਰਜ਼ੀ ਪੁੱਛ ਸਕਦਾ, ਨਹੀਂ ਅਗਲਾ ਕਹਿੰਦਾ ਤੇਤੀ ਵੋਟ ਖਰੀਦੀ ਹੈ ਮੈਂ, ਆਪਾਂ ਬੋਲ ਨਹੀਂ ਸਕਦੇ ਹੈਗੇ। ਪਰ ਸੋ ਅੱਜ ਕੱਲ੍ਹ ਦਾ ਨੌਜਵਾਨ ਹੁਣ ਕਾਫੀ ਹੱਦ ਤੱਕ ਜਾਗ ਚੁੱਕਿਆ ਹੈ। ਸੋ ਹੁਣ ਵਿੱਕੀ ਨੂੰ ਪੁੱਛਦੇ ਹਾਂ ਵੀ ਹਾਂ ਵੀ ਕਿੱਥੇ ਤੋਂ ਹੁਣ ਕਿਆ ਸੈਟਿਸਫਾਈ ਹੋਇਆ, ਦਿੱਕਤ ਆ ਉੱਥੇ ਵੀ ਮੈਂ ਤੁਹਾਨੂੰ ਦੱਸਾਂ ਵੀ ਕੈਂਸਰ ਵਾਲੀ ਉਹ ਨਾ ਕੈਂਸਰ ਵਾਲੀ ਉਹ ਦਿੱਕਤ ਪੈਦਾ ਹੋ ਗਈ ਉੱਥੇ ਵੀ। ਅਤੇ ਸਾਡੇ ਤਾਂ 3 ਮਰੀਜ਼ ਸਾਨੂੰ ਦੱਸਿਆ ਜੀ ਸਾਡੇ ਕੋਲ ਉੱਥੇ ਤਾਂ ਚਲੇ ਗਏ ਆ। ਪਰ ਅਸੀਂ ਬਹੁਤ ਇੱਦਾਂ ਦੇਖੇ ਵੀ ਆ ਵੀ ਜਿਹੜੇ ਠੀਕ ਹੋਏ ਆ, ਪਰ ਮੇਰੇ ਪਰਿਵਾਰ ਦੇ ਵਿੱਚ ਕੁਝ ਪਰਮਾਤਮਾ ਨੇ ਪਤਾ ਨਹੀਂ ਕਿਆ ਕਰਿਆ ਹੋਇਆ
ਵੀ ਸਾਡਾ ਤਾਂ ਠੀਕ ਹੋਇਆ ਨਹੀਂ, ਅਸੀਂ ਨੱਠ ਭੱਜ ਬਥੇਰੀ ਕੀਤੀ ਹੈ, ਪਰ ਹੁਣ ਜਿੰਨੇ ਹੋਰ ਹੈ ਹੋਰ ਪਰਿਵਾਰਾਂ ਦੇ ਠੀਕ ਹੋ ਨਾ ਉਹਨਾਂ ਤੋਂ ਆਸ ਵੱਝ ਜਾਂਦੀ ਹੈ ਵੀ ਹੋਰ ਵੀ ਠੀਕ ਹੋ ਜਾਣ, ਹੈ ਨਾ। ਸੋ ਜਿੱਦਣ ਹੁਣ ਵਿੱਕੀ ਇੱਥੇ ਤੋਂ ਗਿਆ ਨੱਠ ਭੱਜ ਕੇ ਪੇਨ ਹੋਣ ਲੱਗੀ ਹੈ, ਕਿਉਂਕਿ ਹੁਣ ਇਹਦਾ ਜਿਹੜਾ ਸਾਲਾ ਏ ਉਹ ਵੀ ਹੈਗਾ ਫੋਰਨ ਵਿੱਚ ਬੈਠਾ, ਹੈ ਨਾ। ਫਾਦਰ ਸਾਹਿਬ ਹੈਗੇ ਜਿਹੜੇ ਉਹ ਥੋੜ੍ਹੇ ਜਿਹੇ ਅਪਾਹਿਜ ਹੈਗੇ ਆ, ਉਹ ਨੱਠ ਭੱਜ ਨਹੀਂ ਕਰ ਸਕਦੇ, ਅਤੇ ਉਹ ਵਿਚਾਰੀ ਜਿਹੜੀ ਸੰਦੀਪ ਦੀ ਭਰਜਾਈ ਆ ਉਹ ਵਿਚਾਰੀ ਇਕੱਲੀ ਕਿੱਧਰ ਨੂੰ ਜਾਂਦੀ, ਹੈ ਨਾ। ਫਿਰ ਫਰਜ਼ ਬਣਦਾ ਉੱਥੇ ਆਪਣਿਆਂ ਦਾ ਹੀ ਫਰਜ਼ ਹੁੰਦਾ ਵੀ ਆਪਣੇ ਨੱਠ ਕੇ ਮੂਹਰੇ ਆਉਣ ਅਤੇ ਹੈਲਪ ਕਰਨ, ਹੈ ਨਾ। ਤਾਂ ਉਹ ਹੈਲਪ ਕਰਨ ਦੇ ਚੱਕਰ ਦੇ ਵਿੱਚ ਉੱਥੇ ਹੁਣ ਚੱਲਦੇ ਆ, ਅਤੇ ਪ੍ਰਮਾਤਮਾ ਜਲਦ ਹੀ ਠੀਕ ਕਰ ਦੇਵੇ। ਅਤੇ ਹੁਣ ਕੁਛ ਨਾ ਕੁਛ ਮਨ ਨੂੰ ਸੈਟਿਸਫਾਈ ਹੋਈ ਹੈ, ਅਤੇ ਤੁਹਾਨੂੰ ਦੱਸਦੇ ਹਾਂ ਵੀ ਕਿੱਥੇ ਕਿੱਥੇ ਕਿਹੜੇ ਕਿਹੜੇ ਹੋਸਪਿਟਲ ਦੇ ਵਿੱਚ ਗਏ ਸੀਗੇ ਇਹ। ਸਤਿ ਸ਼੍ਰੀ ਅਕਾਲ ਬੁਲਾ ਪਹਿਲਾਂ ਭਾਈ ਸਾਹਿਬ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਪਹਿਲਾਂ ਤਾਂ ਜਿੱਦਣ ਅਸੀਂ ਗਏ ਆ ਉਹ ਤਕਲੀਫ 'ਚ ਬਹੁਤ ਸੀ ਰੋ ਰਹੀ ਸੀ। ਠੀਕ ਹੈ। ਉਹਨੂੰ ਖੰਨੇ ਲੈ ਗਏ ਸੀ ਹੌਸਪੀਟਲ 'ਚ ਇੱਕ ਤਾਂ ਉਹਨਾਂ ਨੇ ਇੰਜੈਕਸ਼ਨ ਲਾਏ, ਦਰਦ ਦਬ ਗਿਆ ਉਹਦਾ ਕੁਛ। ਉਹਨਾਂ ਨੇ ਜੋ ਮੈਡੀਸਿਨ ਸੀ ਉਹ ਦੇਤੀ, ਤੋਰਤਾ ਸਾਨੂੰ। ਬਸ ਰਸਤੇ 'ਚ ਆਉਂਦੇ ਉਦੋਂ ਉਹਦੇ ਫੇਰ ਪੇਨ ਹੋਣਾ ਸ਼ੁਰੂ ਹੋ ਗਿਆ। ਫਿਰ ਇਹਨੂੰ ਪੁੱਛਿਆ ਮੈਂ ਸੰਦੀਪ ਨੂੰ, ਮੈਂ ਉਹਦੇ ਸਰਕਾਰੀ ਹੌਸਪੀਟਲ ਦੱਸ ਕਿੱਥੇ ਹੈ, ਗੱਲ ਤਾਂ ਉੱਥੇ ਹੀ ਬਣਨੀ ਜਾ ਕੇ, ਪ੍ਰਾਈਵੇਟ 'ਚ ਨਹੀਂ। ਕਹਿੰਦੀ ਮੈਨੂੰ ਤਾਂ ਪਤਾ ਹੀ ਕੁਛ ਨਹੀਂ। ਅੱਛਾ। ਮੁੜ ਕੇ ਅਸੀਂ ਖਮਾਣੋਂ ਆ ਗਏ ਇਹਨਾਂ ਦੇ ਸ਼ਹਿਰ ਦੇ ਵਿੱਚ। ਉੱਥੇ ਇਹਨਾਂ ਦੇ ਹੌਸਪੀਟਲ ਇੱਕ ਪ੍ਰਾਈਵੇਟ, ਉਹਦੇ ਕੋਲ ਲੈ ਗਏ। ਉਹਨਾਂ ਨੇ ਐਡਮਿਟ ਕੀਤਾ, ਇੰਜੈਕਸ਼ਨ ਲਾਇਆ ਉਹਦੇ, ਮਤਲਬ ਤੜਕੇ 3 ਵਜੇ ਤੱਕ ਉਹ ਦਰਦ ਦੁਰਦ ਬਿਲਕੁਲ ਸਹੀ ਕਰਤਾ ਉਹਦਾ। ਹਾਂ, ਨੋਰਮਲ ਕਰਤਾ। ਨੋਰਮਲ ਕਰਕੇ ਉਹਨਾਂ ਨੇ ਸਾਨੂੰ ਟੈਸਟਾਂ ਅਲਟਰਾਸਾਊਂਡ ਲੈ ਕੇ ਭੇਜਤਾ ਵੀ ਅਲਟਰਾਸਾਊਂਡ ਕਰਾ ਕੇ ਲਿਆਓ। ਠੀਕ ਆ, ਪਤਾ ਲੱਗਣਾ ਬੰਦਾ ਨੂੰ, ਪਤਾ ਤਾਂ ਲੱਗ ਗਿਆ। ਅਲਟਰਾਸਾਊਂਡ ਕਰਵਾਇਆ, ਅਸੀਂ ਫਿਰ ਖੰਨੇ ਗਏ ਬਸ। ਅਲਟਰਾਸਾਊਂਡ ਕਰਵਾ ਕੇ ਉਹਨੂੰ ਵਾਪਸ ਲੈ ਕੇ ਆਏ। ਡਾਕਟਰ ਸਾਹਿਬ ਕਹਿੰਦੇ ਜੀ ਸਿਟੀ ਸਕੈਨ ਕਰਾਓ। ਹੁਣ ਕੁਛ ਵਿੱਚ ਪ੍ਰੋਬਲਮ ਨਜ਼ਰ ਆਈ ਉਹਦੇ ਵਿੱਚ। ਜਦੋਂ ਪ੍ਰੋਬਲਮ ਨਜ਼ਰ ਆਈ ਤਾਂ ਉਹਨਾਂ ਨੇ ਉਸ ਤੋਂ ਉੱਪਰ ਵਾਲਾ ਫਿਰ ਕਰਾਉਣਾ ਹੀ ਕਰਾਉਣਾ ਟੈਸਟ, ਨੋਰਮਲੀ ਜੀ ਗੱਲ। ਹਾਂ ਬਾ ਫਿਰ ਸਿਟੀ ਸਕੈਨ ਤੋਂ ਬਾਅਦ ਫਿਰ ਆਪਣੇ ਰੋਪੜ ਜਿਹੜੇ ਡਾਕਟਰ ਨਾਲ ਲਿੰਕ ਆ, ਉਹ ਡਾਕਟਰ ਨਾਲ ਕਿਸੇ ਨਾਲ ਮੈਂ ਗੱਲਬਾਤ ਕੀਤੀ। ਉਹ ਕਹਿੰਦਾ ਸਿਟੀ ਸਕੈਨ 'ਚ ਤੁਹਾਡਾ ਕੁਛ ਵੀ ਕਲੀਅਰ ਨਹੀਂ ਹੋਣਾ, MRI ਕਰਾਓ ਉਹਦਾ। ਵੀ ਮੁੜ ਕੇ ਉਹਨਾਂ ਨੇ MRI ਨੂੰ ਕਹਿਣਾ ਹੀ ਤਾਂ ਵੀ ਮੈਨੂੰ ਪਤਾ ਵੀ ਕਹਿਣਾ ਹੀ ਤਾਂ ਉਹਨਾਂ ਨੇ MRI ਨੂੰ। ਫਿਰ MRI ਕਰਵਾ ਲਈ, ਚਲੋ ਠੀਕ ਆ। ਉਹਦੇ ਵਿੱਚ ਕੁਛ ਸਮਝ ਆ ਗਈ ਗੱਲ ਹੈ। ਹਾਂ, ਉਹਦੇ 'ਚ ਤਾਂ ਜੋ ਸਮਝ ਆ ਗਿਆ। ਫਿਰ ਕਿਸੇ ਨੇ ਦੱਸ ਪਾਈ ਤੈਨੂੰ? ਦੱਸ ਵੀ ਕਿਹਾ ਭਾਈ ਯਾਰ। ਫਿਰ ਮੈਂ ਆਪਣਾ ਦਿਮਾਗ ਘੁਮਾਇਆ ਵੀ ਮੈਂ ਪਿੱਛੇ ਅੰਗਰੇਜ਼ੀ ਇਲਾਜ ਕਰਾਇਆ ਸਾਰਾ ਹੀ, ਜਿਹੜਾ ਵੀ ਕਰਵਾਇਆ ਆਪਣੀ ਵਾਈਫ ਨਾਲ ਕਰਵਾਇਆ ਸੀ। ਹਾਂ, ਕੋਈ ਚੀਜ਼ ਛੱਡੀ ਹੋਣੀ ਆਪਾਂ ਨੇ। ਸਾਰਾ ਕੁਛ ਕੀਮੋਥੈਰੇਪੀ, ਰੇਡੀਓਥੈਰੇਪੀ, ਆਪਰੇਟ, ਸਭ ਕੁਛ ਹੋ ਗਿਆ। ਸਭ ਕੁਛ ਹੋਣ ਤੋਂ ਬਾਵਜੂਦ ਵੀ ਉਹ ਚੱਲ ਗਈ। ਫਿਰ ਮੈਂ ਉਹ ਕੁੜੀ ਬਾਰੇ ਸੋਚਿਆ, ਵਿਚਾਰੀ ਬਾਰੇ, ਵੀ ਇਹਦੇ ਨਾਲ ਉਹਨਾਂ ਕੁਛ ਝੱਲਣ ਤੋਂ ਬਾਅਦ ਜੇ ਸਾਲਾ ਉੱਥੇ ਜਾ ਕੇ ਕੰਮ ਖੜ ਗਿਆ ਫਿਰ ਕਿਆ ਕਰਾਂਗੇ। ਬਿਲਕੁਲ ਠੀਕ ਹੈ। ਫਿਰ ਮੈਨੂੰ ਕਿਸੇ ਨੇ ਸੁਜੈਸ਼ਨ ਕੀਤਾ ਵੈਦ ਬਾਰੇ। ਠੀਕ ਹੈ, ਵੀ ਫਲਾਣੀ ਜਗ੍ਹਾ ਵੈਦ ਆ, ਉਹਨੂੰ ਮਿਲੋ ਜਾ ਕੇ। 100% 1% ਗਰੰਟੀ ਹੈ ਵੀ ਬੰਦਾ ਕਹਿ ਰਿਹਾ। ਬਾਕੀ ਤਾਂ ਹੁਣ ਦਵਾਈ ਖਾਏ ਤਾਂ ਪਤਾ ਲੱਗੂ। ਜਿਨ੍ਹਾਂ ਨੇ ਮੈਨੂੰ ਦੱਸਿਆ ਉਹਨਾਂ ਦੇ ਮਰੀਜ਼ ਉਹਨਾਂ ਦੇ ਠੀਕ ਹੋਏ, ਉਹਨਾਂ ਨੇ ਤਾਂ ਸਲਾਹ ਦਿੱਤੀ। ਠੀਕ ਹੈ। ਬਸ ਉਹਦੇ ਕੋਲ ਪਹੁੰਚ ਕੇ ਉਹਦੇ ਨਾਲ ਗੱਲਾਂ ਬਾਤਾਂ ਕੀਤੀਆਂ। ਜੋ ਮਤਲਬ ਉਹ ਪਈ ਹੋ ਗਈ ਵਿਚਾਰੀ, ਕਰਲਾਉਂਦੀ ਹੋ ਗਈ। ਉੱਥੇ ਨੂੰ ਦਰਦ ਉਹਦੇ ਹੋ ਰਿਹਾ ਸੀ, ਇੰਜੈਕਸ਼ਨ ਲਵਾ ਕੇ ਸਿਰ ਉੱਤੇ ਤੁਰ ਪਏ ਸੀ। ਉਹਨੇ ਮੈਨੂੰ ਫੋਨ ਪਰ ਇੱਕੇ ਗੱਲ ਕੀ ਕਹਿੰਦਾ, ਤੁਸੀਂ ਮਰੀਜ਼ ਨੂੰ ਮੇਰੇ ਕੋਲ ਲੈ ਕੇ ਆਓ, 15 ਮਿੰਟ ਦੇ ਵਿੱਚ ਮੈਂ ਉਹਦਾ ਦਰਦ ਬੰਦ ਕਰ ਦੂੰਗਾ। ਉਹ ਮੈਂ ਦੇਖਣਾ ਕਿਵੇਂ ਬੰਦ ਕਰਨਾ, ਕਿਵੇਂ ਨਹੀਂ ਕਰਨਾ। ਚੱਲ ਅਸੀਂ ਰੱਬ ਦਾ ਨਾਂ ਲੈ ਕੇ ਉੱਥੇ ਨੂੰ ਚੱਲ ਗਏ। 1.5 ਘੰਟੇ ਦੇ ਵਿੱਚ ਅਸੀਂ ਉਹਦੇ ਕੋਲ ਪਹੁੰਚ ਗਏ। ਉਹਨੇ ਜਾ ਕੇ ਗਲਾਸ 'ਚ ਉਹਨੂੰ 2 ਢੱਕਣ ਪਾ ਅਰਕ ਬਣਾਇਆ ਵਾ ਸੀ ਉਹਨੇ ਆਪਣਾ ਦੇਸੀ, ਕੋਈ ਵੀ ਚੀਜ਼ ਦਾ ਹੋ ਸਕਦਾ। ਉਹਦੇ 2 ਢੱਕਣ ਉਹਨੂੰ ਪਿਲਾਏ। 15 ਮਿੰਟ 'ਚ ਉਹ ਤਾਂ ਉਹਦੇ ਸੋਫੇ ਪਰੇ ਪਈ ਸੀ, ਉੱਥੇ ਬਹਿ ਗਈ, ਸਾਡੇ ਬਰਾਬਰ ਬਹਿ ਗਈ। ਉਹਨੇ ਜਦ ਚਾਹ ਪਾਣੀ ਮੰਗਾਇਆ, ਚਾਹ ਪਾਣੀ ਵੀ ਉਹਨੇ ਬਰਾਬਰ ਪੀਤਾ। 2 ਪ੍ਰਸ਼ਾਦੇ ਵੀ ਉੱਥੇ ਬੈਠੀ ਨੇ ਛਕ ਲਏ ਉਹਨੇ। ਫਿਰ ਫੁੱਲ ਐਕਟਿਵ ਹੋ ਗਈ, ਜਾਣੀ ਕਹਿਣ ਦਾ ਭਾਵ। ਫਿਰ ਉਹਨੇ ਤੈਨੂੰ ਮੌਕੇ ਪਰ ਤੁਸੀਂ ਪੁੱਛਿਆ ਨਹੀਂ ਉਹਨੇ ਵੀ ਦਰਦ ਦੁਰਦ ਹੁਣ ਕਿੱਥੇ ਗਿਆ? ਮੈਂ ਉਹਨੂੰ ਪੁੱਛਿਆ ਸਾਰਾ ਕੁਛ। ਕਹਿੰਦੀ ਮੇਰੇ ਤਾਂ ਕੋਈ ਦਰਦ ਹੀ ਨਹੀਂ ਹੋ ਰਿਹਾ, ਹੁਣ ਕੁਛ ਵੀ ਨਹੀਂ ਦੁੱਖ ਰਿਹਾ ਭਾਜੀ, ਮੈਂ ਬਿਲਕੁਲ ਓਕੇ। ਕਿਆ ਬਾਤ ਹੈ। ਫਿਰ ਉਹਨੇ ਦਵਾਈ ਦੱਸੀ। ਦਵਾਈ ਦਾ ਉਹਦਾ ਪ੍ਰੋਸੈਸ ਅੰਗਰੇਜ਼ੀ ਦਵਾਈਆਂ ਦੇ ਮੁਕਾਬਲੇ ਹੀ ਹੈ। ਜਿਵੇਂ ਹੁਣ ਮੈਂ ਤਾਂ ਦਰਦ 'ਚ ਨੂੰ ਨਿਕਲਿਆ ਹੋਇਆ, ਮੈਨੂੰ ਪਤਾ ਵੀ ਮੈਂ 4 ਲੱਖ ਰੁਪਇਆ ਆਪਣੀ ਵਾਈਫ ਪਰ ਲਾਇਆ, ਬਣਿਆ ਫਿਰ ਕੁਛ ਨਹੀਂ। ਉਨਾ ਹੀ ਉਹਨੇ ਦੱਸਿਆ ਵੀ ਦੇਸੀ ਦਵਾਈਆਂ ਦਾ ਵੀ ਉਨਾ ਹੀ ਖਰਚਾ ਹੈ, ਪਰ ਇਹਦੇ 'ਚ ਨਾ ਕੋਈ ਆਪਰੇਟ ਕਰਨਾ ਮੈਂ, ਨਾ ਇਹਦਾ ਸਰੀਰ ਜਾਊਗਾ ਵਿੱਚ, ਤੇ ਵੀ ਇਹਦਾ ਸਰੀਰ ਢਲੂਗਾ। ਜਿਹੜੀ ਬਿਮਾਰੀ ਆ ਸਿਰਫ ਦਵਾਈ ਉੱਥੇ ਹੀ ਅਸਰ ਕਰੂਗੀ ਉਹਦੇ ਬਾਅਦ। ਅੱਛਾ, ਜਾਣੀ ਉਹਨੇ ਆਹ ਗੱਲਾਂ ਦੱਸੀਆਂ। ਉਹਨੇ ਇਹ ਵੀ ਕਹਿ ਦਿੱਤਾ। ਮੈਂ ਉਹਨੂੰ ਕਿਹਾ ਵੀ ਤੁਸੀਂ ਇੰਨੇ ਪੈਸੇ ਕਹਿਤੇ। ਉਹ ਕਹਿੰਦਾ ਮੈਂ 15 ਦਿਨ ਦੀ ਦਵਾਈ ਦੇਣੀ ਹੈ, ਉਹਦੇ ਪੈਸੇ ਲੈਣੇ ਆ। ਮਹੀਨੇ ਬਾਅਦ 4 ਮਹੀਨੇ ਦਵਾਈ ਖਾਣੀ ਹੈ। 15 ਦਿਨ ਦੀ 40,000 ਦੀ ਦਵਾਈ ਹੈ। ਠੀਕ ਹੈ। 4 ਮਹੀਨੇ ਤੁਹਾਡਾ ਪ੍ਰੋਸੈਸ ਚੱਲਣਾ ਹੈ।
ਹੂੰ 15 ਦਿਨ ਦੀ ਦਵਾਈ ਖੜਾਓ, ਉਹ ਤੋਂ ਬਾਅਦ 15 ਦਿਨ ਦੀ ਫਿਰ ਦਵਾਈ ਖੜਾਓ, ਉਹਦੇ ਬਾਅਦ ਉਹ ਤੋਂ ਬਾਅਦ ਅਲਟਰਾਸਾਊਂਡ ਕਰਾਓ। ਤੁਹਾਨੂੰ ਅਲਟਰਾਸਾਊਂਡ ਦੇ ਵਿੱਚ ਹੀ ਪਤਾ ਲੱਗ ਜੂਗਾ ਵੀ ਜਿਹੜੀ ਚੀਜ਼ ਦੀ ਤੁਸੀਂ ਦਵਾਈ ਖਾ ਰਹੇ ਹੋ ਕੁਛ ਘਟਿਆ, ਉਹਦਾ ਸਾਇਜ਼ ਰਸੌਲੀ ਦਾ ਜਾਂ ਵਧਿਆ। ਹਾਂ ਠੀਕ ਹੈ ਗੱਲ। ਉਹ 15 ਦਿਨ ਦੇ ਮਹੀਨੇ ਦੇ ਵਿੱਚ ਤੁਹਾਨੂੰ ਰਿਜ਼ਲਟ ਮਿਲੂਗਾ। ਜਾਣੀ ਹੁਣ ਜਿਹੜੀ ਦਵਾਈ ਖਾਂਦੇ ਆ ਖਾਣੀਆਂ ਉਹਨੇ, ਉਹ ਸਵੇਰ ਸ਼ਾਮ ਵਾਲੀ ਆ, ਖਾਣ ਵਾਲੀ ਕਿ ਪੀਣ ਵਾਲੀ ਹੈ? ਪੀਣ ਵਾਲੀ, ਉਹ ਅਰ ਕੇ ਦਿੱਤੇ ਆ ਉਹਨੇ। ਅੱਛਾ ਅਰ ਕੇ ਦਿੱਤੇ ਆ, ਉਹ ਵੀ ਸਵੇਰੇ ਯਾਰ ਸ਼ਾਮ 2 ਟਾਈਮ ਪੀਣੇ 3 ਟਾਈਮ? ਸਵੇਰੇ ਯਾਰ ਸ਼ਾਮ ਹੀ ਪੀਣੇ ਆ ਬਸ। ਸਵੇਰੇ 2 ਢੱਕਣ, 1 ਦਵਾਈ ਦੇ 3 ਢੱਕਣ 1 ਦਵਾਈ ਦੇ ਬਸ। ਜਾਣੀ ਕਹਿਣ ਦਾ ਭਾਵ ਬਈ 1200-1300 ਰੁਪਈਆ ਡੇਲੀ ਦਾ ਏ। ਹਾਂ ਮਤਲਬ 7 ਦੁੱਗਣਾ 2 ਗੁਣਾ ਲਾ ਕੇ ਚਲੋ, 2400 ਰੁਪਇਆ ਲਾ ਕੇ ਚਲੋ। ਇੱਕ ਡੋਜ਼ ਉਹਦੀ ਬਣਦੀ ਹੈ 1200 ਰੁਪਏ ਦੀ। ਨਹੀਂ ਹੁਣ ਤੂੰ ਕਹਿੰਦਾ 40,000 30 ਦਿਨਾਂ ਦੇ ਵਿੱਚ ਜੇ 40,000 ਨੂੰ ਬਣਦਾ 1200 ਰੁਪਏ ਇੱਕ ਦਿਨ ਦਾ ਬੈਠ ਗਿਆ। ਹਾਂ ਚੱਲ ਹਾਂ ਉੱਧਰ ਨੂੰ ਹਾਂ ਠੀਕ ਹੈ ਨਾ ਗੱਲ। 600 ਜਾਂ 650 ਰੁਪਏ ਦੀ ਸਵੇਰੇ 650 ਦੀ ਸ਼ਾਮ ਨੂੰ। ਜਾਣੀ ਦੇਖਦੇ ਹਾਂ ਹੁਣ ਖੜਾ ਕੇ ਜੀ। ਦੇਖੋ ਜੀ ਗੱਲਾਂ ਤਾਂ ਹੁਣ ਬਹੁਤ ਹੋ ਜਾਂਦੀਆਂ ਹੈਗੀਆਂ। ਦੇਖੋ ਕਿ ਬਹੁਤ ਦਿੱਕਤਾਂ ਦੁਖੀ ਪਈ ਹੈ ਸਾਰਾ ਹੀ ਸੰਸਾਰ। ਬਸ ਹੁਣ ਨਾ ਗੱਲ ਕਰਨ ਨੂੰ ਜੀ ਨਹੀਂ ਕਰਦਾ ਹੈਗਾ। ਇੱਕ ਹਰ ਘਰ ਦੀ ਸਟੋਰੀ ਬਣੀ ਪਈ ਹੈ ਦੁਖੀ ਹੋਣ ਦੀ, ਹੈ ਨਾ। ਪਰ ਸਾਡਾ ਫਰਜ਼ ਵੀ ਬਣਦਾ ਹੈ ਯਾਰ, ਇਨਸਾਨ ਹੀ ਇਨਸਾਨ ਦੇ ਕੰਮ ਆਉਂਦਾ ਹੈ ਨਾ। ਜਿੰਨਾ ਛੇਤੀ ਹੋ ਸਕੇ ਆਪਾਂ ਅਗਲੇ ਦੀ ਹੈਲਪ ਕਰੀਏ ਜਾ ਕੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਹੈ ਨਾ। ਚਾਹੇ ਆਪਣੇ ਸਰੀਰਕ ਤੌਰ 'ਤੇ ਕਰੀਏ ਆਪਾਂ ਹੈਲਪ, ਕੋਈ ਜੇ ਆਪਣੇ ਕੋਲ 4 ਪੈਸੇ ਗਏ 4 ਪੈਸੇ ਦੇ ਤੌਰ 'ਤੇ ਕਰੀਏ ਹੈਲਪ, ਜਾਂ ਕਿਸੇ ਤੋਂ ਅਗਲੇ ਨੂੰ ਸਲਾਹ ਦੇ ਕੇ ਚੰਗੀ। ਚਲੋ ਹੁਣ ਇੱਕ ਪਾੜ ਝੀਰ ਵਾਲੀ ਤੌਰ 'ਤੇ ਜੇ ਜਾਂਦਾ ਤਾਂ ਵਿੱਕੀ ਨੇ ਦੇਖਿਆ ਹੋਇਆ, ਅਸੀਂ 2 ਵਾਰ ਓਪਰੇਟ ਕਰਵਾਇਆ ਇਹਦੀ ਪਹਿਲੀ ਘਰ ਵਾਲੀ ਦਾ, ਠੀਕ ਹੈ ਨਾ। ਸਾਨੂੰ ਅੱਜ ਪਤਾ ਲੱਗਦਾ ਤਾਂ ਦੂਸਰੇ ਦਿਨ ਅਸੀਂ ਓਪਰੇਟ ਕਰਾਉਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ, ਪਰ ਫਿਰ ਵੀ ਨਹੀਂ ਗੱਲ ਬਣਦੀ ਹੈਗੀ। ਅਤੇ ਹੁਣ ਚਲੋ ਇੱਧਰਲੇ ਪਾਸੇ ਨੂੰ ਪਰਮਾਤਮਾ ਕਰੇ। ਜੇ ਕਈ ਹੈ ਹੱਥ ਜੱਸ ਬਹੁਤ ਹੈ। ਮੈਂ ਬਹੁਤ ਵਾਰ ਪੋਸਟਾਂ ਦੇਖਦਾ ਹੁੰਦਾ ਵੀ ਗਰੰਟੀ ਹੈ ਇਸ ਚੀਜ਼ ਦੀ, ਗਰੰਟੀ ਹੈ ਇਸ ਚੀਜ਼ ਦੀ, ਪਰ ਅਸੀਂ ਕਹਿੰਦੇ ਹੁੰਦੇ ਹਾਂ ਵੀ ਜਿਹੜੇ ਠੀਕ ਹੋ ਗਏ ਉਹਨਾਂ ਦੀ ਜਗ੍ਹਾ ਅਸੀਂ ਆਪਣੇ ਪਰਿਵਾਰਕ ਮੈਂਬਰ, ਜਿਵੇਂ ਮੇਰਾ ਚਾਚਾ ਹੈ ਨਾ, ਜਾਂ ਇਹਦੀ ਵਾਈਫ ਨੂੰ, ਉਹਨੂੰ ਕਦੇ ਨਾ ਅਸੀਂ ਲੈ ਕੇ ਜਾ ਸਕੇ ਉੱਥੇ। ਇੱਕ ਮਨ ਨੂੰ ਪਛਤਾਵਾ ਕਿ ਉਸ ਸਮੇਂ ਸਾਨੂੰ ਪਤਾ ਨਹੀਂ ਸੀਗਾ। ਪਰ ਇੱਕ ਗੱਲ ਇੱਥੇ ਇਹ ਵੀ ਹੋ ਜਾਂਦੀ ਹੈ, ਜੇ ਕਿਸੇ ਦੀ ਗੱਲ ਆਪਾਂ ਨਹੀਂ ਮੰਨਦੇ, ਅਗਲਾ ਸਲਾਹ ਦੇ ਕੇ ਤਾਂ ਜਾਂਦਾ ਚਲੇ, ਪਰ ਜੇ ਅਸੀਂ ਇਹਦੀ ਗੱਲ ਨਹੀਂ ਮੰਨਦੇ ਨਾ ਤਾਂ ਲੋਕ ਕਹਿੰਦੇ ਪਤਾ ਨਹੀਂ ਇਹਨੂੰ ਬਚਾਉਣਾ ਨਹੀਂ ਚਾਹੁੰਦਾ। ਕਈ ਵਾਰ ਲੋਕਾਂ ਦੇ ਮੂੰਹ ਨੂੰ ਵੀ ਜਾਣਾ ਪੈ ਜਾਂਦਾ, ਕਿਤੇ ਮਨ ਸੰਤੁਸ਼ਟ ਨਹੀਂ ਹੁੰਦਾ। ਪਰ ਚਲੋ ਹੁਣ ਇਹ ਗਏ ਆ ਤਾਂ ਜਾਣ ਤੋਂ ਬਾਅਦ ਵਿੱਚ ਉੱਥੇ ਇੱਕ ਦਵਾਈ ਨੇ ਇਹਨੂੰ ਅਸਰ ਦਿਖਾਇਆ, ਅਤੇ ਹੁਣ 3 ਦਿਨ ਹੋ ਗਏ ਦਵਾਈ ਲੈਂਦੀ ਨੂੰ। ਹੁਣ ਤੱਕ ਕੋਈ ਪੇਨ ਪੂਨ ਵਾਲੀ ਕੁਛ ਵੀ ਨਹੀਂ, ਉਹ ਫੁੱਲ ਐਕਟਿਵ ਹੈ, ਫੁੱਲ ਐਕਟਿਵ। ਠੀਕ ਆ, ਕੁਛ ਕਿਹਾ ਤਾਂ ਨਹੀਂ। ਬਾਕੀ ਦਵਾਈ ਜਿੱਕਣਾ ਉਹਨਾਂ ਨੇ ਦੱਸਿਆ ਟਾਈਮ ਗੱਲ, ਕੋਈ ਪਰਹੇਜ਼ ਦੱਸੇ ਹੈ ਨਾ, ਉਹ ਚੀਜ਼ਾਂ ਦਾ ਮਾੜਾ ਜਿਹਾ ਹੁਣ ਜ਼ਰੂਰ ਧਿਆਨ। ਪਰਹੇਜ਼ ਕਿਹੜੇ ਦੱਸੇ ਉਹਨਾਂ ਨੇ? ਦੱਸੇ ਪਰਹੇਜ਼ ਤਾਂ ਉਹਨੇ ਕਿਹਾ ਵੀ ਫੁੱਲ ਗੋਭੀ ਬੰਦ ਗੋਭੀ ਘਰ 'ਚ ਬਾੜਨੀ ਨਹੀਂ ਹੈਗੀ। ਅੱਛਾ। ਕੋਈ ਵੀ ਜਿਵੇਂ ਬੀਬੀਆਂ ਭੈਣਾਂ ਨੂੰ ਆਦਤ ਹੁੰਦੀ ਹੈ ਵੀ ਚੁੱਲ੍ਹੇ ਦੀ ਮਿੱਟੀ ਖਾ ਲਈ ਜਾਂ ਕੁਛ ਹੋਰ, ਮਤਲਬ ਗਲਤ ਬਾਹਰਲਾ ਸਭ ਕੁਛ ਬੰਦ ਹੈ। ਜੋ ਖਾਣਾ ਆਪਣਾ ਘਰੇਲੂ ਖਾਣਾ ਬਸ ਸਾਫ਼ ਸੁਥਰਾ। ਉਹ ਤਾਂ ਠੀਕ ਹੈ। ਜਾਣੀ ਗੋਭੀ ਯਾਰ ਕਿਹੜਾ ਪੱਤਾ ਗੋਭੀ ਫੁੱਲ ਗੋਭੀ ਦੋਵੇਂ ਬੰਦੇ ਆ। ਅੱਛਾ ਦੇ ਪੱਤਾ ਗੋਭੀ ਹੋ ਸਕਦਾ, ਹਾਂ ਹੋ ਸਕਦਾ ਵੀ ਉਹ ਕੁਛ ਕੈਂਸਰ ਦੇ ਨਾਲ ਕੁਛ ਉਹਨਾਂ ਦਾ ਕੋਈ ਲੇਗਾ ਜੋਗਾ ਹੋ ਸਕਦਾ ਵੀ ਉਹ ਕੈਂਸਰ ਨੂੰ ਇਹਨਾਂ ਚੀਜ਼ਾਂ ਤੋਂ ਸ਼ਕਤੀ ਮਿਲਦੀ ਹੋਵੇ। ਜਿਹੜੇ ਹੁਣ ਹਕੀਮ ਹੈ ਜਾਂ ਜਿਹੜੇ ਵੈਦ ਨੇ, ਉਹਨਾਂ ਨੂੰ ਪਤਾ, ਪੁਰਾਣੀਆਂ ਕਿਤਾਬਾਂ ਪੜ੍ਹੀਆਂ ਹੋਈਆਂ। ਆਪਾਂ ਤਾਂ ਹੁਣ ਸ਼ੁਰੂ ਤੋਂ ਅੰਗਰੇਜ਼ੀਆਂ ਦੇ ਵਿੱਚ ਪੈ ਗਏ। ਬੁਖਾਰ ਚੜ੍ਹਿਆ ਪੈਰਾਸੀਟਾਮੋਲ ਲੈ ਲਿਆ, ਜੇ ਦਰਦ ਹੁੰਦਾ ਤਾਂ ਨਿਮੋਸਲਾਈਡ ਜਾਂ ਡਿਕਲੋਵਿਨ ਲੈ ਲਈਏ। ਇਹ ਚੀਜ਼ਾਂ ਪਰ ਆਪਾਂ ਤਾਂ ਹਿੱਲ ਗਏ। ਪਰ ਜਿਹੜੇ ਵੈਦ ਆ ਉਹ ਵੈਦਾਂ ਨੂੰ ਪਤਾ, ਉਹਨਾਂ ਨੇ ਪੜ੍ਹਾਈਆਂ ਪੁਰਾਣੇ ਹਿਸਾਬ ਨਾਲ ਕੀਤੀਆਂ ਵੀ ਕਿਹੜੀ ਜੜੀ ਬੂਟੀ। ਬਹੁਤ ਸਾਰੀਆਂ ਜੜੀਆਂ ਬੂਟੀਆਂ ਐਸੀਆਂ ਜਿਹੜੀਆਂ ਸਾਡੇ ਨਾਲੀਆਂ ਦੇ ਉੱਪਰ ਲੱਗੀਆਂ ਹੋਈਆਂ ਨੇ, ਉਹ ਇਨਸਾਨ ਦੇ ਕੰਮ ਆਉਂਦੀਆਂ ਨੇ। ਕਈ ਪ੍ਰਕਾਰ ਦੀਆਂ ਚੀਜ਼ਾਂ ਨੇ। ਸੋ ਧੰਨਵਾਦ ਆ ਤੁਹਾਡਾ। ਅੱਜ ਇਹ ਸਟੋਰੀ ਹੈ ਜਿਹੜੀ 2-3 ਦਿਨ ਵਿੱਕੀ ਜਿੱਥੇ ਰਿਹਾ, ਪਰੇਸ਼ਾਨੀ 'ਚ ਵੀ ਰਿਹਾ, ਕਿਸੇ ਤਰ੍ਹਾਂ ਵੀ ਰਿਹਾ ਹੈ ਨਾ, ਪਰ ਕਿਸੇ ਦੀ ਹੈਲਪ ਵਾਸਤੇ ਗਿਆ ਸੀਗਾ। ਉਹ ਸਟੋਰੀ ਤੁਹਾਡੇ ਨਾਲ ਸ਼ੇਅਰ ਕੀਤੀ ਹੈ। ਸੋ ਧੰਨਵਾਦ ਹੈ ਤੁਹਾਡਾ ਸਾਰਿਆਂ ਦਾ, ਜੋ ਤੁਸੀਂ ਵੀਡੀਓ ਨਾਲ ਪਿਆਰ ਦਿੰਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।